Good morning, students. In the last class, we have discussed about the advantages of web application to the consumer as well as producer. ठीक है, लास्ट क्लास ਵਿੱਚ ਆਪਾਂ ਦੇਖਿਆ ਸੀ ਕਿ ਵੈਬ ਐਪਲੀਕੇਸ਼ਨ ਕਿਵੇਂ ਕੰਜ਼ਿਊਮਰ ਤੇ ਪ੍ਰੋਡਿਊਸਰ ਦੋਨਾਂ ਲਈ ਫਾਇਦੇਮੰਦ ਹੁੰਦੀ ਹੈ. Today we will see what are the precautions which should be taken while performing online transaction. ऑनलाइन जब भी ਆਪਾਂ ट्रांजैक्शन ਕਰਦੇ ਨੇ ਤੇ ਆਪਾਂ ਨੂੰ ਕਿਹੜੀ ਪ੍ਰੀਕਾਸ਼ਨਸ ਜਾਂ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈਗਾ. ਹੁਣ ਤੁਹਾਨੂੰ ਪਤਾ ਹੈਗਾ ਕਿ ਇੰਟਰਨੈਟ ਟ੍ਰਾਂਜੈਕਸ਼ਨਸ ਆਰ ਸਸੈਪਟੇਬਲ ਟੂ ਫਰੋਡਸ. ਆਪਾਂ ਇੰਟਰਨੈਟ ਦੇ ਵਿੱਚ ਅਗਰ ਕਦੇ ਵੀ ਕੋਈ ਵੀ ਟ੍ਰਾਂਜੈਕਸ਼ਨ ਕਰਦੇ ਨੇ ਤਾਂ ਚਾਂਸਸ ਕੀ ਹੁੰਦੇ ਨੇ ਕਿ ਫਰੋਡ ਹੋ ਸਕਦਾ ਹੈਗਾ. ਠੀਕ ਹੈ, ਹੁਣ ਆਪਾਂ ਨੂੰ ਕਿਹੜੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ ਨੇ ਤਾਂ ਕਿ ਆਪਾਂ ਇਹਨਾਂ ਆਨਲਾਈਨ ਫਰੋਡਸ ਤੋਂ ਬਚ ਸਕੀਏ. ਠੀਕ ਹੈ, ਇੰਟਰਨੈਟ ਤੋਂ ਜਦ ਵੀ ਆਪਾਂ ਟ੍ਰਾਂਜੈਕਸ਼ਨਸ ਕਰਦੇ ਨੇ ਹੋ ਸਕਦਾ ਹੈਗਾ ਕੋਈ ਆਪਣੀ ਇਨਫੋਰਮੇਸ਼ਨ ਹੈਕ ਕਰ ਸਕਦਾ ਹੈਗਾ, ਆਪਣੇ ਨਾਲ ਫਰੋਡ ਹੋ ਸਕਦਾ ਹੈਗਾ ਅਤੇ ਆਪਾਂ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਹੈਗਾ ਜਿਹਦੇ ਨਾਲ ਕਿ ਇਹ ਫਰੋਡ ਆਪਾਂ ਰਿਡਿਊਸ ਕਰ ਸਕੀਏ ਜਾਂ ਉਹ ਫਰੋਡ ਨਾ ਹੋ ਸਕੇ, ਉਹ ਕੋਸ਼ਿਸ਼ ਕਰੀਏ. ਹੁਣ ਹਮੇਸ਼ਾ ਕੀ ਹੈਗਾ ਕਿ ਤੁਸੀਂ ਦੇਖਿਆ ਹੋਊਗਾ ਕਿ ਜਦ ਵੀ ਤੁਸੀਂ ਕੋਈ ਵੀ ਆਨਲਾਈਨ ਸਾਈਟ 'ਤੇ ਰਜਿਸਟਰ ਕਰਦੇ ਹੋ, ਠੀਕ ਹੈ, ਤਾਂ ਉਹਦੇ ਵਿੱਚ ਜਦ ਵੀ ਤੁਹਾਨੂੰ ਕੀ ਪੁੱਛਿਆ ਜਾਂਦਾ ਹੈਗਾ, ਯੂਜ਼ਰ ਨੇਮ ਅਤੇ ਪਾਸਵਰਡ ਪੁੱਛਿਆ ਜਾਂਦਾ ਹੈ. ਤੁਹਾਨੂੰ ਆਨਲਾਈਨ ਆਈਡੈਂਟੀਫਾਈ ਕਰਨ ਲਈ ਹੁਣ ਤੁਸੀਂ ਆਨਲਾਈਨ ਆਪਣਾ ID ਕਾਰਡ ਤਾਂ ਡਿਸਪਲੇ ਨਹੀਂ ਕਰਾਓਗੇ. ਅਗਰ ਤੁਸੀਂ ਕਿਸੇ ਜਗ੍ਹਾ ਜਾਂਦੇ ਹੋ ਤਾਂ ਤੁਹਾਨੂੰ ਵੈਰੀਫਾਈ ਕਰਨ ਲਈ ਤੁਸੀਂ ਆਪਣਾ ID ਪ੍ਰੂਫ ਦਿੰਦੇ ਹੋ, ਬਟ ਆਨਲਾਈਨ ID ਪ੍ਰੂਫ ਤਾਂ ਤੁਸੀਂ ਸ਼ੋਅ ਨਹੀਂ ਕਰਨਾ ਹੈਗਾ. ਤਾਂ ਤੁਹਾਨੂੰ ਆਈਡੈਂਟੀਫਾਈ ਕਰਨ ਲਈ ਕਿ ਤੁਸੀਂ ਆ ਬੰਦੇ ਹੋ ਜਾਂ ਤੁਹਾਨੂੰ ਅਥੈਂਟੀਕੇਟ ਕਰਨ ਲਈ ਕਿ ਬਈ ਹਾਂ ਇਹ ਵੈਲਿਡ ਬੰਦਾ ਹੈਗਾ, ਇਹ ਸਹੀ ਬੰਦਾ ਹੈਗਾ, ਇਹ ਅਕਾਊਂਟ ਇੱਦਾਂ ਹੀ ਹੈਗਾ, ਇਹ ਚੀਜ਼ ਵੈਰੀਫਾਈ ਕਰਨ ਲਈ ਆਪਾਂ ਕੀ ਯੂਜ਼ ਕਰਦੇ ਨੇ, ਯੂਜ਼ਰ ਨੇਮ ਅਤੇ ਪਾਸਵਰਡ ਦਾ ਕੰਬੀਨੇਸ਼ਨ ਯੂਜ਼ ਕਰਦੇ ਨੇ. The combination of username and password is the most common method of user identification and authentication. ਇੱਕ ਯੂਜ਼ਰ ਨੂੰ ਆਨਲਾਈਨ ਆਈਡੈਂਟੀਫਾਈ ਅਤੇ ਔਥੈਂਟੀਕੇਟ ਕਰਨ ਲਈ ਜ਼ਿਆਦਾਤਰ ਆਪਾਂ ਯੂਜ਼ਰ ਨੇਮ ਅਤੇ ਪਾਸਵਰਡ ਯੂਜ਼ ਕਰਦੇ ਨੇ. ਹੁਣ ਪਾਸਵਰਡ ਦੇ ਰਿਲੇਟਡ ਬਹੁਤ ਸਾਰੇ ਸਿਕਿਉਰਿਟੀ ਇਸ਼ੂਜ਼ ਹੁੰਦੇ ਨੇ. ਠੀਕ ਹੈ, ਹੁਣ ਇਹਦੇ ਵਿੱਚ ਕੀ ਹੈਗਾ ਕਿ ਜੇ ਕੋਈ ਵੀ ਬੰਦਾ ਤੁਹਾਡਾ ਕੀ ਹੈਗਾ, ਤੁਹਾਡੇ ਪਾਸਵਰਡ ਨੂੰ ਚੋਰੀ ਕਰ ਲੈ ਰਿਹਾ ਹੈਗਾ ਜਾਂ ਤੁਹਾਡੇ ਪਾਸਵਰਡ ਨੂੰ ਗੈਸ ਕਰ ਲੈ ਰਿਹਾ ਹੈਗਾ ਤਾਂ ਉਹ ਕੀ ਕਰ ਸਕਦਾ ਹੈਗਾ, ਤੁਹਾਡੇ ਸਿਸਟਮ ਨੂੰ ਐਕਸੈਸ ਕਰ ਸਕਦਾ ਹੈਗਾ. ਠੀਕ ਹੈ, ਅਤੇ ਜੇ ਤੁਸੀਂ ਆਪਣੇ ਪਾਸਵਰਡ ਨੂੰ ਬਹੁਤ ਹੀ ਸਿੰਪਲ ਰੱਖ ਰਹੇ ਹੋ ਤਾਂ ਇਹ ਓਬਵੀਅਸ ਹੈਗਾ ਕਿ ਕੋਈ ਵੀ ਬੰਦਾ ਉਹਨੂੰ ਕਰੈਕ ਕਰ ਸਕਦਾ ਹੈ, ਕੋਈ ਵੀ ਉਹਨੂੰ ਗੈਸ ਕਰ ਸਕਦਾ ਹੈ. ਪਾਸਵਰਡ ਦੇ ਨਾਲ ਬਹੁਤ ਹੀ ਸਿਕਿਉਰਿਟੀ ਥ੍ਰੈਟਸ ਹੁੰਦੇ ਨੇ. ਠੀਕ ਹੈ, ਹੁਣ ਜੇ ਤੁਸੀਂ ਆਪਣੇ ਪਾਸਵਰਡ ਨੂੰ ਬਹੁਤ ਹੀ ਈਜ਼ੀ ਟੂ ਗੈਸ ਪਾਸਵਰਡ ਰੱਖ ਦਿੱਤਾ, ਜਿੱਦਾਂ ਕਿ ਤੁਹਾਡਾ ਫੇਵਰੇਟ ਕਲਰ ਕੀ ਹੈਗਾ, ਠੀਕ ਹੈ, ਜਾਂ ਤੁਹਾਡਾ ਨਾਮ ਤੁਸੀਂ ਰੱਖ ਰਹੇ ਹੋ, ਈਜ਼ੀ ਟੂ ਗੈਸ ਪਾਸਵਰਡ ਹੈਗਾ, ਕੋਈ ਵੀ ਬੰਦਾ ਇਹਨੂੰ ਐਕਸੈਸ ਕਰ ਸਕਦਾ ਹੈਗਾ, ਗੈਸ ਕਰਕੇ ਤੁਹਾਡਾ ਅਕਾਊਂਟ ਹੈਕ ਕਰ ਸਕਦਾ ਹੈ. ਠੀਕ ਹੈ, ਅਤੇ ਇਹਦੇ ਨਾਲ ਕੀ ਹੁੰਦਾ ਹੈਗਾ, ਉਹ ਬੰਦਾ ਤੁਹਾਡੇ ਅਕਾਊਂਟ ਦੇ ਵਿੱਚ ਅਕਾਊਂਟ ਨੂੰ ਐਕਸੈਸ ਕਰ ਲਊਗਾ. ਠੀਕ ਹੈ, ਤਾਂ ਇਹਦੇ ਲਈ ਜਦ ਵੀ ਤੁਸੀਂ ਪਾਸਵਰਡ ਬਣਾਉਂਦੇ ਹੋ ਤਾਂ ਤੁਹਾਨੂੰ ਕੁਝ ਪਰਟੀਕੂਲਰ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ. ਜਦ ਵੀ ਤੁਸੀਂ ਇੱਕ ਪਾਸਵਰਡ ਬਣਾਉਂਦੇ ਹੋ ਉਹਨੂੰ ਸਿੰਪਲ ਨਹੀਂ ਬਣਾਉਣਾ, ਉਹਨੂੰ ਆਪਾਂ ਕੀ ਬਣਾਉਣਾ ਹੈਗਾ, ਕੰਪਲੈਕਸ ਬਣਾਉਣਾ ਹੈਗਾ. ਕੰਪਲੈਕਸ ਕਿਵੇਂ ਬਣਾਵਾਂਗੇ, ਆਪਾਂ ਉਹਨੂੰ ਮਿਕਸ ਕੇਸ ਮਤਲਬ ਲੋਅਰ ਕੇਸ ਲੈਟਰ, ਅਪਰ ਕੇਸ ਲੈਟਰ ਵੀ ਯੂਜ਼ ਕਰਾਂਗੇ ਆਪਣੇ ਪਾਸਵਰਡ ਦੇ ਵਿੱਚ, ਪਲੱਸ ਆਪਣੇ ਪਾਸਵਰਡ ਦੇ ਵਿੱਚ ਨੰਬਰਸ ਯੂਜ਼ ਕਰਾਂਗੇ, ਪਲੱਸ ਸਪੈਸ਼ਲ ਕੈਰੈਕਟਰਸ ਜਿਵੇਂ @ ਹਾਈਫਨ ਦਾ ਸਿੰਬਲ, ਇੱਦਾਂ ਦੇ ਸਪੈਸ਼ਲ ਕੈਰੈਕਟਰ ਵੀ ਯੂਜ਼ ਕਰਨੇ ਚਾਹੀਦੇ ਨੇ. ਇਹਦੇ ਨਾਲ ਕੀ ਹੁੰਦਾ ਹੈਗਾ ਕਿ ਦੂਸਰੇ ਬੰਦੇ ਦੀ ਜਿਹੜੀ ਚਾਂਸ ਹੁੰਦੀ ਹੈ ਤੁਹਾਡੇ ਪਾਸਵਰਡ ਨੂੰ ਗੈਸ ਕਰਨ ਦੀ, ਉਹ ਕੀ ਹੋ ਜਾਂਦੀ ਹੈ, ਘੱਟ ਜਾਂਦੀ ਹੈਗੀ. ਦੂਸਰਾ ਕੀ ਹੈਗਾ ਕਿ ਜਦ ਵੀ ਇਹ ਚੀਜ਼ ਦਾ ਧਿਆਨ ਰੱਖਿਓ ਕਿ ਤੁਸੀਂ ਕਦੇ ਵੀ ਆਪਣੇ ਪਾਸਵਰਡ ਨੂੰ ਕਿਸੇ ਵੀ ਆਪਣੇ ਫਰੈਂਡ ਦੇ ਨਾਲ ਸ਼ੇਅਰ ਨਹੀਂ ਕਰਨਾ ਹੈਗਾ ਜਾਂ ਕਿਸੇ ਵੀ ਸਿਸਟਮ 'ਤੇ ਆਪਣੇ ਪਾਸਵਰਡ ਨੂੰ ਛੱਡਣਾ ਨਹੀਂ ਹੈਗਾ. ਇਹਦਾ ਕੀ ਮਤਲਬ ਹੁੰਦਾ ਹੈਗਾ ਕਿ ਜ਼ਿਆਦਾਤਰ ਕੀ ਹੁੰਦਾ ਹੈਗਾ ਕਿ ਆਪਾਂ ਜਦ ਵੀ ਤੁਸੀਂ ਕਿਸੇ ਅਕਾਊਂਟ ਵਿੱਚ ਲੌਗਇਨ ਕਰਦੇ ਹੋ, ਠੀਕ ਹੈ, ਤਾਂ ਉਹਦੇ ਵਿੱਚ ਕੀ ਆਉਂਦਾ, ਸੇਵ ਪਾਸਵਰਡ ਦਾ ਆਪਸ਼ਨ ਆਉਂਦਾ ਹੈਗਾ. ਤਾਂ ਕਦੇ ਵੀ ਅਗਰ ਤੁਸੀਂ ਕਿਸੇ ਦੂਸਰੇ ਦੇ ਸਿਸਟਮ 'ਤੇ ਲੌਗਇਨ ਕਰ ਰਹੇ ਹੋ ਤਾਂ ਸੇਵ ਪਾਸਵਰਡ ਵਾਲੇ ਆਪਸ਼ਨ ਨੂੰ ਕਲਿੱਕ ਨਾ ਕਰਿਓ. ਠੀਕ ਹੈ, ਪਲੱਸ ਕਦੇ ਵੀ ਜਿਹੜਾ ਪਾਸਵਰਡ ਰੱਖਦੇ ਹੋ ਆਪਣੇ ਨੀਅਰ ਐਂਡ ਡੀਅਰ ਵਨ ਦਾ ਨਾਮ ਐਜ਼ ਅ ਪਾਸਵਰਡ ਨਾ ਰੱਖਿਓ, ਕਿਉਂਕਿ ਕੋਈ ਵੀ ਬੰਦਾ ਇਹਨੂੰ ਈਜ਼ੀਲੀ ਗੈਸ ਕਰ ਸਕਦਾ ਹੈ. ਠੀਕ ਹੈ, ਪਾਸਵਰਡ ਜਿਹੜਾ ਹੈਗਾ, ਅਗਰ ਕੋਈ ਬੰਦਾ ਤੁਹਾਡੇ ਪਾਸਵਰਡ ਨੂੰ ਚੋਰੀ ਕਰ ਲੈਂਦਾ ਹੈ ਜਾਂ ਗੈਸ ਕਰ ਲੈਂਦਾ ਹੈਗਾ, ਤੁਹਾਡੇ ਅਕਾਊਂਟ ਨੂੰ ਐਕਸੈਸ ਕਰ ਸਕਦਾ ਹੈਗਾ ਅਤੇ ਉਹਦਾ ਮਿਸਯੂਜ਼ ਕਰ ਸਕਦਾ ਹੈ. ਇਸ ਲਈ ਪਾਸਵਰਡ ਜਦ ਵੀ ਤੁਸੀਂ ਬਣਾਉਂਦੇ ਹੋ ਤਾਂ ਕੋਸ਼ਿਸ਼ ਕਰੋ ਕਿ ਬਈ ਤੁਹਾਡੇ ਪਾਸਵਰਡ ਕੰਪਲੈਕਸ ਹੋਣ, ਮਤਲਬ ਉਹ ਅਪਰ ਕੇਸ ਲੋਅਰ ਕੇਸ ਲੈਟਰ ਹੋਵੇ, ਉਹਦੇ ਵਿੱਚ ਨੰਬਰ ਅਤੇ ਸਪੈਸ਼ਲ ਕੈਰੈਕਟਰ ਜ਼ਰੂਰ ਹੋਣ. ਕਦੇ ਵੀ ਆਪਣੇ ਪਾਸਵਰਡ ਦੂਸਰੇ ਦੇ ਸਿਸਟਮ 'ਤੇ ਸੇਵ ਨਹੀਂ ਕਰਨੇ ਨੇ, ਨਾ ਹੀ ਆਪਣੇ ਫਰੈਂਡ ਨਾਲ ਸ਼ੇਅਰ ਕਰਨੇ ਨੇ.
कदे भी पासवर्ड अपने नीयर ते डियर वन का नाम एज अ पासवर्ड नहीं रखना है। ठीक है, नैक्सट अपना टॉपिक है यूजिंग ऑनलाइन रिजर्वेशन सिस्टम। हुण आपां देखांगे कि आपां ऑनलाइन रिजर्वेशन किवें कर सकते हैं। ठीक है, बेसिकली आपां देखांगे कि आपां ऑनलाइन रेलवे दी टिकट्स किवें बुक कर सकते हैं। तुसी अगर कोई भी ऑनलाइन रिजर्वेशन सिस्टम नूं यूज़ करना चाहते हो तो तुहानूं की करना पऊगा, पहलां उहदी रिजर्वेशन दी वैबसाइट नूं ओपन करना पऊगा। ठीक है, हुण जे तुहाडे मशीन तुहाडे कंप्यूटर दे विच कोई भी वैब ब्राउज़र हैगा तो तुसी की करोगे, उस वैब ब्राउज़र दे थ्रू उस वैबसाइट नूं ओपन कर सकते हो। ठीक है, जे तुसी कोई भी ऑनलाइन रिजर्वेशन करनी हैगी है तो तुहानूं पहलां की करना पऊगा, उस ऑनलाइन रिजर्वेशन वैबसाइट नूं ओपन करना पऊगा। ओपन करने लिए तुसी की करोगे, कोई भी ब्राउज़र नूं यूज़ करोगे तो ब्राउज़र दे विच जाके उस वैबसाइट नूं ओपन कर लोगे। हुण वैबसाइट नूं तुसी डायरैक्टली किवें ओपन कर सकते हो, जे तुहानूं उस वैबसाइट दा एड्रैस पता होगा। इफ़ यू नो द एड्रैस ऑफ द वैबसाइट दैन टाइप द एड्रैस इन द एड्रैस बार। ठीक है, हुण तुहानूं जे एक साइट दे विच बुकिंग करनी है, तुहानूं उस साइट दा एड्रैस पता भी हो सकता है, नहीं भी पता हो सकता है। जे तां तुहानूं उस वैबसाइट दा एड्रैस पता हैगा तां तुसी ब्राउज़र दे एड्रैस बार दे विच जाके उस एड्रैस नूं टाइप कर दो। जे नहीं पता हैगा तो तुसी की करोगे, किसी भी सर्च इंजन नूं ओपन कर लोगे। सर्च इंजन बेसिकली आपां ज़्यादातर किहड़ा यूज़ करते हैं, google.com या तुसी bing.com या yahoo.com दे भी ब्राउज़र हुंदे ने, सर्च इंजन हुंदे ने, तुसी उन्हां नूं यूज़ कर सकते हो। जे तुहानूं वैबसाइट दा एड्रैस नहीं पता हैगा, कोई भी सर्च इंजन नूं यूज़ करो तो उहदे विच की करो, उन्होंने सर्च कर लो। ठीक है, तो गैट द एड्रैस ऑफ द रिक्वायर्ड साइट। हुण तुसी सर्च करके उस साइट दा एड्रैस लभ लो। फॉर एग्जाम्पल हुण तुसी जिहड़ा सर्च इंजन गूगल सर्च दे विच किद्दां सर्च कर सकते हो, तुसी की करो, इहदे विच लिख दो, सपोज तुसी एयर इंडिया दी टिकट बुकिंग करनी है तो वो कीवर्ड लिख के इत्थे सर्च द बटन नूं क्लिक कर दो, तो तुहानूं इदां बहुत सारे उहदे रिजल्ट्स डिस्पले हो जाणगे। तो तुहानूं इहदे विच उहदा लिंक काफ़ी सारे आ रहे हैं, तुसी किसी भी लिंक नूं क्लिक करके फिर उत्थे जाके रिजर्वेशन कर सकते हो। हुण तुहानूं लिंक्स मिल गईयां, हुण तुसी अपनी वैबसाइट नूं उसनूं ओपन करो, जिहड़ी इनफॉर्मेशन तुहानूं ब्राउज़ ते सर्च करनी है उन्होंने सर्च कर लो, तो उस तो बाद अपनी उस वैबसाइट के थ्रू रिजर्वेशन कर लो। इस टॉपिक दे विच आपां की देखिया हैगा कि आपां रिजर्वेशन किवें कर सकते हैं। रिजर्वेशन करन दे लिए आपां नूं उस पर्टिकुलर ऑनलाइन साइट का एड्रैस पता होना चाहिए। तो जे तुहानूं पता हैगा तो सीधा एक्सप्लोरर दे विच एड्रैस बार दे विच जाके एड्रैस टाइप कर दो। जे नहीं पता हैगा तो यूजिंग अ सर्च इंजन उहदा एड्रैस फाइंड आउट करके उस वैबसाइट नूं ओपन कर लो। जिहड़ी तुहानूं इनफॉर्मेशन ऑनलाइन बुकिंग के लिए चाहिए हैगी वो पहला ब्राउज़ ते सर्च कर लो। तो जब तुहानूं तुसी सारा कुछ तुहाडे लिए सही हैगा कि भई हाँ तुहानूं सारी इनफॉर्मेशन मिल गई तो आही बुकिंग करानी हैगी है, तो वो फिर जब फाइनल हो गया तो वैबसाइट के थ्रू रिजर्वेशन कर लो। नैक्सट वी विल सी द केस स्टडी ऑफ अ बुक रेल टिकट। ਇਹਦਾ ਕੀ मतलब हैगा, हुण आपां देखांगे कि आपां ऑनलाइन रेलवे की टिकट किवें बुक कर सकते हैं, की प्रोसैस एग्जैक्टली आपां नूं फॉलो करना हुंदा हैगा। Here we will learn online booking of train tickets using the Indian Railway Catering and Tourism Corporation IRCTC online portal। हुण इहदे विच आपां देखांगे कि आपां ऑनलाइन ट्रेन की टिकट यूजिंग IRCTC। IRCTC का फुल फॉर्म की हैगा, इंडियन रेलवे कैटरिंग एंड टूरिज्म कॉरपोरेशन। हुण इस वैबसाइट इस ऑनलाइन पोर्टल के थ्रू आपां ट्रेन की टिकट किवें बुक कर सकते हैं। फर्स्ट तुहानूं की करना पऊगा कि बई तुहाडे कोल एक वैब ब्राउज़र होना चाहिए तो इंटरनेट कनैक्शन तुहाडे कंप्यूटर में होना चाहिए। ठीक है, इफ़ यू वांट टू बुक अ टिकट द फर्स्ट रिक्वायरमेंट इज़ दैट यू शुड हैव अ ब्राउज़र इन योर कंप्यूटर एंड एन इंटरनेट कनैक्शन इन योर कंप्यूटर। हुण उस तो बाद तुसीं की करना हैगा, ब्राउज़र नूं ओपन करोगे तो ब्राउज़र की एड्रैस बार दे विच की टाइप करोगे www.irctc.co.in। ठीक है, इन मतलब IN मतलब इंडिया। ठीक है, ब्राउज़र की एड्रैस बार दे विच आ वाला एड्रैस टाइप करना हैगा तो एंटर क्लिक कर देना। जब तुसी एंटर क्लिक करोगे इदां दा एक वैब पेज ओपन होगा। ये IRCTC का होम पेज हैगा, इंडियन रेलवे कैटरिंग एंड टूरिज्म कॉरपोरेशन लिमिटेड। ये IRCTC का होम पेज ओपन हो गया। ठीक है, हुण जे तुसी देखोगे होम पेज दे विच काफ़ी सारे तुहानूं उपर ऑप्शनस आ रहे हैं, तो राइट साइड ते एक लॉगिन का बटन हैगा। ठीक है,
ਜੇ ਤੁਹਾਡੇ ਕੋਲ ਐਗਜ਼ਿਸਟਿੰਗ ਯੂਜ਼ਰ ਆਈਡੀ ਪਾਸਵਰਡ ਹੈਗੀ ਹੈ ਤਾਂ ਤੁਸੀਂ ਉਹ ਯੂਜ਼ਰ ਆਈਡੀ ਪਾਸਵਰਡ ਭਰ ਕੇ ਤੁਸੀਂ ਲੌਗਇਨ ਕਰ ਸਕਦੇ ਹੋ। ਯੂਜ਼ਰ ਆਈਡੀ ਪਾਸਵਰਡ ਭਰਨ ਤੋਂ ਬਾਅਦ ਤੁਹਾਨੂੰ ਇੱਕ ਕੈਪਚਾ ਪੁੱਛਿਆ ਜਾਂਦਾ ਹੈਗਾ, ਮਤਲਬ ਇਹ ਜਿਹੜੇ ਲੈਟਰਸ ਤੇ ਨੰਬਰਸ ਲਿਖੇ ਹੋਏ ਨੇ ਇਹਨੂੰ ਤੁਸੀਂ ਇੱਥੇ ਦੁਬਾਰਾ ਤੋਂ ਲਿਖਣਾ ਹੈਗਾ। ਉਸ ਤੋਂ ਬਾਅਦ ਤੁਸੀਂ ਕੀ ਕਰੋਗੇ, ਲੌਗਇਨ ਬਟਨ ਨੂੰ ਕਲਿੱਕ ਕਰ ਸਕਦੇ ਹੋ। ਜੇ ਤੁਹਾਡਾ ਅਕਾਊਂਟ ਨਹੀਂ ਬਣਿਆ ਹੈਗਾ ਤਾਂ ਤੁਹਾਨੂੰ ਸਾਈਨ ਅਪ ਕਰਨਾ ਪਊਗਾ। ਜੇ ਤੁਸੀਂ ਆਪਣਾ ਐਗਜ਼ਿਸਟਿੰਗ ਤੁਹਾਡੇ ਕੋਲ ਯੂਜ਼ਰ ਨੇਮ ਸੀਗਾ, ਤੁਸੀਂ ਉਹਦਾ ਪਾਸਵਰਡ ਭੁੱਲ ਗਏ ਹੋ ਤਾਂ ਫੋਰਗਟ ਪਾਸਵਰਡ ਕਰ ਸਕਦੇ ਹੋ। ਹੁਣ ਤੁਹਾਡੇ ਕੋਲ ਕੀ ਹੈਗਾ, ਜੇ ਤੁਸੀਂ ਇੱਕ ਟਿਕਟ ਬੁੱਕ ਕਰਨੀ ਹੈ ਤਾਂ ਤੁਹਾਨੂੰ ਤੁਹਾਡਾ IRCTC ਦੀ ਵੈਬਸਾਈਟ ਦੇ ਵਿੱਚ ਇੱਕ ਅਕਾਊਂਟ ਹੋਣਾ ਜ਼ਰੂਰੀ ਹੈਗਾ। ਠੀਕ ਹੈ, IRCTC ਦੀ ਸਾਈਟ ਦੇ ਥਰੂ ਜੇ ਤੁਸੀਂ ਟਿਕਟ ਬੁੱਕ ਕਰਾਉਣੀ ਹੈ ਤਾਂ ਤੁਹਾਨੂੰ IRCTC ਦੀ ਵੈਬਸਾਈਟ ਦੇ ਵਿੱਚ ਤੁਹਾਡਾ ਅਕਾਊਂਟ ਹੋਣਾ ਜ਼ਰੂਰੀ ਹੈਗਾ। ਜੇ ਤੁਹਾਡੇ ਕੋਲ ਆਲਰੇਡੀ ਅਕਾਊਂਟ ਹੈਗਾ ਤਾਂ ਤੁਸੀਂ ਕੀ ਕਰਨਾ ਹੈਗਾ, ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਇੱਥੇ ਟਾਈਪ ਕਰ ਦੇਣਾ ਹੈਗਾ ਅਤੇ ਲੌਗਇਨ ਕਰ ਲੈਣਾ ਹੈਗਾ। ਜੇ ਤੁਸੀਂ ਨਵੇਂ ਯੂਜ਼ਰ ਹੋ ਤਾਂ ਤੁਹਾਨੂੰ ਕੀ ਕਰਨਾ ਪਊਗਾ, ਇੱਕ ਨਵਾਂ ਅਕਾਊਂਟ ਕ੍ਰੀਏਟ ਕਰਨਾ ਪਊਗਾ। ਇਹਦੇ ਲਈ ਤੁਸੀਂ ਕੀ ਕਰਨਾ ਹੈਗਾ, ਸਾਈਨ ਅਪ ਔਨ ਦਾ IRCTC ਵੈਬਸਾਈਟ, ਤੁਸੀਂ ਕੀ ਕਰਨਾ ਹੈਗਾ, ਸਾਈਨ ਅਪ ਨੂੰ ਕਲਿੱਕ ਕਰ ਦੇਣਾ ਹੈਗਾ। ਠੀਕ ਹੈ, ਜੇ ਤੁਸੀਂ ਕੋਈ ਵੀ ਟ੍ਰਾਂਜੈਕਸ਼ਨ ਕਰਨਾ ਚਾਹੁੰਦੇ ਹੋ, ਵੋਟ ਇਜ਼ ਦਾ ਮੈਂਡੇਟਰੀ ਰਿਕੁਆਇਰਮੈਂਟ, ਯੂ ਸ਼ੁੱਡ ਹੈਵ ਐਨ ਅਕਾਊਂਟ ਵਿਦ IRCTC। ਹੁਣ ਤੁਸੀਂ ਕੀ ਕਰਨਾ ਹੈਗਾ, ਨਵਾਂ ਅਕਾਊਂਟ ਸਪੋਜ਼ ਤੁਹਾਡੇ ਕੋਲ ਨਹੀਂ ਹੈਗਾ, ਹੁਣ ਤੁਸੀਂ ਨਵਾਂ ਅਕਾਊਂਟ ਬਣਾਉਣਾ ਹੈਗਾ। ਨਵਾਂ ਅਕਾਊਂਟ ਬਣਾਉਣ ਦਾ ਕੀ ਪ੍ਰੋਸੈਸ ਹੈਗਾ, ਤੁਸੀਂ ਪਹਿਲਾਂ ਇਸ ਪੇਜ 'ਤੇ ਦੇਖੋਗੇ ਸਾਈਨ ਅਪ ਕਿੱਥੇ ਲਿਖਿਆ ਹੈਗਾ, ਇੱਥੇ ਤੁਹਾਨੂੰ ਸਾਈਨ ਅਪ ਦਿਖ ਰਿਹਾ ਹੈਗਾ ਤਾਂ ਤੁਸੀਂ ਸਾਈਨ ਅਪ ਨੂੰ ਲੱਭ ਕੇ ਉਸ ਲਿੰਕ 'ਤੇ ਕਲਿੱਕ ਕਰ ਦੋਗੇ। ਜਦ ਤੁਸੀਂ ਇਹਦੇ ਉੱਪਰ ਕਲਿੱਕ ਕਰੋਗੇ ਤਾਂ ਤੁਹਾਨੂੰ ਕੀ ਓਪਨ ਹੋਊਗਾ, ਇੱਕ ਰਜਿਸਟ੍ਰੇਸ਼ਨ ਪੇਜ ਓਪਨ ਹੋਊਗਾ। ਰਜਿਸਟ੍ਰੇਸ਼ਨ ਪੇਜ ਆਪਾਂ ਨੈਕਸਟ ਦੇਖਾਂਗੇ, ਉਹਦੇ ਵਿੱਚ ਤੁਹਾਨੂੰ ਆਹ ਰਜਿਸਟ੍ਰੇਸ਼ਨ ਪੇਜ ਦੇਖ ਲਓ, ਆਹ ਰਜਿਸਟ੍ਰੇਸ਼ਨ ਪੇਜ ਤੁਹਾਡਾ ਓਪਨ ਹੋ ਜਾਊਗਾ। ਠੀਕ ਹੈ, ਹੁਣ ਇਸ ਰਜਿਸਟ੍ਰੇਸ਼ਨ ਪੇਜ ਦੇ ਵਿੱਚ ਤੁਹਾਨੂੰ ਕੀ ਆਉਣਗੀਆਂ, ਹੁਣ ਤੁਸੀਂ ਇਹਦੇ ਇੰਸਟਰਕਸ਼ਨਸ ਨੂੰ ਰੀਡ ਕਰਨਾ ਹੈਗਾ ਅਤੇ ਰਜਿਸਟ੍ਰੇਸ਼ਨ ਫਾਰਮ ਨੂੰ ਭਰਨਾ ਹੈਗਾ। ਜਦ ਤੁਸੀਂ ਸਾਈਨ ਅਪ ਲਿੰਕ ਨੂੰ ਕਲਿੱਕ ਕਰੋਗੇ ਤੁਹਾਡੇ ਕੋਲ ਇੱਕ ਪੇਜ ਓਪਨ ਹੋ ਜਾਊਗਾ। ਹੁਣ ਉਸ ਪੇਜ ਦੇ ਵਿੱਚ ਜਿੰਨੀ ਵੀ ਇੰਸਟਰਕਸ਼ਨਸ ਤੁਹਾਨੂੰ ਲਿਖੀਆਂ ਨੇ ਪਹਿਲਾਂ ਉਹ ਤੁਸੀਂ ਰੀਡ ਕਰਨਾ ਹੈਗਾ ਅਤੇ ਉਸ ਫਾਰਮ ਨੂੰ ਫਿਲ ਕਰ ਦੇਣਾ ਹੈ। ਜਿਨ੍ਹਾਂ ਫੀਲਡਸ ਦੇ ਅੱਗੇ ਇੱਕ ਸਟਾਰ ਮਾਰਕ ਬਣਿਆ ਹੋਇਆ ਉਹ ਮੈਂਡੇਟਰੀ ਫੀਲਡਸ ਹੈਗੀਆਂ ਨੇ, ਮਤਲਬ ਇਹਦੇ ਵਿੱਚ ਤੁਸੀਂ ਡੇਟਾ ਇਨਸਰਟ ਕਰਨਾ ਜ਼ਰੂਰੀ ਹੈਗਾ, ਤੁਸੀਂ ਇਹਨੂੰ ਖਾਲੀ ਨਹੀਂ ਛੱਡ ਸਕਦੇ। ਜਦ ਤੁਸੀਂ ਫਾਰਮ ਨੂੰ ਫਿਲ ਕਰ ਦਿੱਤਾ ਤਾਂ ਸਬਮਿਟ ਬਟਨ ਨੂੰ ਕਲਿੱਕ ਕਰ ਦੇਣਾ। ਜਦ ਤੁਸੀਂ ਸਬਮਿਟ ਬਟਨ ਨੂੰ ਕਲਿੱਕ ਕਰ ਦੋਗੇ ਤੁਹਾਡਾ ਅਕਾਊਂਟ ਬਣ ਜਾਊਗਾ ਅਤੇ ਤੁਸੀਂ ਹੁਣ ਯੂਜ਼ਿੰਗ ਦਿਸ ਅਕਾਊਂਟ IRCTC ਦੇ ਵਿੱਚ ਟ੍ਰਾਂਜੈਕਸ਼ਨ ਪਰਫੋਰਮ ਕਰ ਸਕਦੇ ਹੋ। ਟ੍ਰਾਂਜੈਕਸ਼ਨ ਮਤਲਬ ਤੁਸੀਂ ਆਪਣੀ ਟਿਕਟਸ ਬੁੱਕ ਕਰਾ ਸਕਦੇ ਹੋ, ਕੈਂਸਲ ਕਰਾ ਸਕਦੇ ਹੋ, ਕੁਛ ਵੀ ਕੰਮ ਇਹਦੇ ਵਿੱਚ ਕਰ ਸਕਦੇ ਹੋ। ਠੀਕ ਹੈ, ਹੁਣ ਜਦ ਤੁਸੀਂ ਸਾਈਨ ਅਪ ਨੂੰ ਕਲਿੱਕ ਕੀਤਾ ਸੀ, ਮੈਂ ਤੁਹਾਨੂੰ ਕੀ ਕਿਹਾ ਸੀ, ਇੱਕ ਪੇਜ ਓਪਨ ਹੋਊਗਾ। ਹੁਣ ਆਹ ਪੇਜ ਹੈਗਾ, ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਕੁਛ ਜਿਹੜੀ ਫੀਲਡਸ ਹੈਗੀ ਉਹਨਾਂ ਦੇ ਅੱਗੇ ਸਟਾਰ ਲੱਗਿਆ ਹੈਗਾ। ਹੁਣ ਆਧਾਰ ਕਾਰਡ ਹੈਗਾ, ਇਹਦੇ ਵਿੱਚ ਸਟਾਰ ਨਹੀਂ ਲੱਗਿਆ ਹੈਗਾ, ਮੀਨਸ ਦਿਸ ਇਜ਼ ਨਾਟ ਅ ਮੈਂਡੇਟਰੀ ਫੀਲਡ। ਅਤੇ ਜਿਨ੍ਹਾਂ ਦੇ ਅੱਗੇ ਸਟਾਰ ਲੱਗਿਆ ਹੈਗਾ ਦੈਟ ਆਰ ਮੈਂਡੇਟਰੀ ਫੀਲਡਸ ਐਂਡ ਯੂ ਹੈਵ ਟੂ ਇਨਸਰਟ ਡੇਟਾ ਇਨ ਇਟ, ਯੂ ਕੈਨ ਨਾਟ ਲੀਵ ਇਟ ਬਲੈਂਕ। ਠੀਕ ਹੈ, ਹੁਣ ਇਹਦੇ ਵਿੱਚ ਸਾਰਾ ਡੇਟਾ ਫਿਲ ਕਰਨ ਤੋਂ ਬਾਅਦ ਤੁਸੀਂ ਥੱਲੇ ਤੁਹਾਡੇ ਕੋਲ ਸਬਮਿਟ ਬਟਨ ਹੈ, ਤੁਸੀਂ ਉਹ ਕਲਿੱਕ ਕਰ ਦੇਣਾ ਹੈਗਾ, ਤੁਹਾਡਾ ਅਕਾਊਂਟ ਕ੍ਰੀਏਟ ਹੋ ਜਾਊਗਾ। Once you have created your account, you can log in to the site using your username and password. जब ਤੁਹਾਡਾ ਅਕਾਊਂਟ ਕ੍ਰੀਏਟ ਹੋ ਗਿਆ, ਮੇਨ ਪੇਜ ਦੇ ਵਿੱਚ ਯੂਜ਼ਰਨੇਮ ਪਾਸਵਰਡ ਪੁੱਛਦਾ ਹੈਗਾ ਅਤੇ ਉਹ ਤੁਸੀਂ ਐਂਟਰ ਕਰਕੇ ਲੌਗਇਨ ਬਟਨ ਨੂੰ ਕਲਿੱਕ ਕਰ ਦਿਓ। ਜਦ ਤੁਸੀਂ ਕਲਿੱਕ ਕਰ ਦੋਗੇ ਤੁਹਾਨੂੰ ਇੱਕ ਨਵਾਂ ਪੇਜ ਡਿਸਪਲੇ ਹੋਊਗਾ, ਉਹਦੇ ਵਿੱਚ ਤੁਹਾਨੂੰ ਤੁਹਾਡਾ ਨਾਮ ਰਾਈਟ ਸਾਈਡ 'ਤੇ ਡਿਸਪਲੇ ਹੋਊਗਾ। ਉਹ ਕਿੱਦਾਂ ਦਾ ਪੇਜ ਹੁੰਦਾ ਹੈਗਾ ਹੁਣ ਆਪਾਂ ਇੱਥੇ ਦੇਖਾਂਗੇ। ਤੁਹਾਨੂੰ ਇੱਦਾਂ ਦਾ ਇੱਕ ਪੇਜ ਓਪਨ ਹੋ ਜਾਊਗਾ ਅਤੇ ਰਾਈਟ ਸਾਈਡ 'ਤੇ ਤੁਹਾਡਾ ਨਾਮ ਇੱਥੇ ਡਿਸਪਲੇ ਹੋ ਰਿਹਾ ਹੋਊਗਾ। ਇੱਥੇ ਕਲੈਰਿਟੀ ਨਹੀਂ ਹੈਗੀ ਇਸ ਲਈ ਆਪਾਂ ਨੂੰ ਪੂਰਾ ਦਿਖ ਨਹੀਂ ਰਿਹਾ ਹੈਗਾ, ਇੱਥੇ ਰਾਈਟ ਸਾਈਡ 'ਤੇ ਤੁਹਾਨੂੰ ਤੁਹਾਡਾ ਨਾਮ ਇੱਥੇ ਡਿਸਪਲੇ ਹੋ ਜਾਊਗਾ। ਠੀਕ ਹੈ, ਜਦ ਤੁਸੀਂ ਅਕਾਊਂਟ ਕ੍ਰੀਏਟ ਕਰ ਲਿੱਤਾ ਉਹਦੇ ਵਿੱਚ ਲੌਗਇਨ ਕਰੋਗੇ ਯੂਜ਼ਿੰਗ ਯੋਰ ਯੂਜ਼ਰਨੇਮ ਐਂਡ ਪਾਸਵਰਡ। ਜਦ ਤੁਸੀਂ ਲੌਗਇਨ ਕਰੋਗੇ ਤੁਹਾਨੂੰ ਇੱਦਾਂ ਦਾ ਇੱਕ ਪੇਜ ਡਿਸਪਲੇ ਹੋਊਗਾ, ਉਹਦੇ ਵਿੱਚ ਰਾਈਟ ਸਾਈਡ 'ਤੇ ਤੁਹਾਡਾ ਨਾਮ ਦਿਖਾਈ ਦੇਊਗਾ। ਹੁਣ ਜਦ ਤੁਸੀਂ ਆਪਣਾ ਅਕਾਊਂਟ ਕ੍ਰੀਏਟ ਕਰ ਲਿੱਤਾ ਹੈਗਾ, ਤੁਸੀਂ ਇਸ ਅਕਾਊਂਟ ਦੇ ਥਰੂ IRCTC ਦੀ ਸਾਈਟ 'ਤੇ ਟ੍ਰਾਂਜੈਕਸ਼ਨ ਪਰਫੋਰਮ ਕਰ ਸਕਦੇ ਹੋ। Next we will see how we can perform the transaction of booking a ticket through IRCTC. Next ਆਪਾਂ ਦੇਖਾਂਗੇ ਕਿ ਕਿਵੇਂ ਆਪਾਂ ਇੱਕ ਟਿਕਟ ਬੁੱਕ ਕਰ ਸਕਦੇ ਨੇ। ਜਦ ਤੁਸੀਂ ਇਹ ਚੀਜ਼ ਓਪਨ ਕਰੋਗੇ, ਲੌਗਇਨ ਕਰੋਗੇ, ਤੁਹਾਨੂੰ ਆ ਪੇਜ ਡਿਸਪਲੇ ਹੋ ਰਿਹਾ ਹੈਗਾ। ਇੱਥੇ ਤੁਹਾਨੂੰ ਲੈਫਟ ਸਾਈਡ 'ਤੇ ਤੁਹਾਨੂੰ ਲਿਖਿਆ ਹੋਊਗਾ ਪਲਾਨ ਯੋਰ ਟਰੈਵਲ। ਠੀਕ ਹੈ, ਜਦ ਤੁਸੀਂ ਟਿਕਟ ਬੁੱਕ ਕਰਾਉਣੀ ਹੈ, ਮਤਲਬ ਜਦ ਵੀ ਤੁਸੀਂ ਪੇਜ ਓਪਨ ਕਰੋਗੇ ਤੁਹਾਨੂੰ ਇੱਦਾਂ ਦਾ ਆਪਸ਼ਨ ਇੱਥੇ ਲੈਫਟ ਸਾਈਡ 'ਤੇ ਆਊਗਾ ਪਲਾਨ ਯੋਰ ਜਰਨੀ ਔਰ ਪਲਾਨ ਯੋਰ ਟਰੈਵਲ। ਇਹ ਪਲਾਨ ਕੀ ਹੈਗਾ, ਪਲਾਨ ਮਾਈ ਜਰਨੀ। ਹੁਣ ਤੁਸੀਂ ਕੀ ਕਰਨਾ ਹੈਗਾ, ਪਲਾਨ ਮਾਈ ਜਰਨੀ ਜਾਂ ਪਲਾਨ ਮਾਈ ਟਰੈਵਲ ਤੁਹਾਨੂੰ ਲੈਫਟ ਪੇਜ ਤੁਹਾਡੀ ਇਸ ਪੇਜ ਦੇ ਲੈਫਟ ਸਾਈਡ ਵਿੱਚ ਡਿਸਪਲੇ ਹੋ ਰਿਹਾ ਹੋਊਗਾ। ਇਹਦੇ ਵਿੱਚ ਤੁਹਾਨੂੰ ਡਿਟੇਲ ਪੁੱਛ ਰਿਹਾ ਹੈਗਾ ਕਿ
ਤੁਸੀਂ ਕਿਹੜੇ ਸਟੇਸ਼ਨ ਤੋਂ ਟਿਕਟ ਬੁੱਕ ਕਰਾਉਣੀ ਹੈਗੀ ਹੈ। ਇੱਥੇ ਆਹ ਜਿਹੜੀ ਇਮੇਜ ਹੈਗੀ ਹੈ ਕਲੀਅਰ ਡਿਸਪਲੇ ਨਹੀਂ ਹੋ ਰਹੀ ਹੈਗੀ। ਇਹਦੇ ਵਿੱਚ ਤੁਹਾਨੂੰ ਕੀ ਪੁੱਛ ਰਿਹਾ ਹੈਗਾ, ਕੁਝ ਫੀਲਡਸ ਹੈਗੀਆਂ ਨੇ। ਇੱਕ ਹੈਗਾ ਫਰੋਮ ਸਟੇਸ਼ਨ, ਫਿਰ ਹੈਗਾ ਟੂ ਸਟੇਸ਼ਨ, ਕਿ ਬਈ ਤੁਸੀਂ ਟ੍ਰੇਨ ਕਿਹੜੇ ਸਟੇਸ਼ਨ ਤੋਂ ਲੈਣੀ ਹੈਗੀ ਹੈ, ਕਿੱਥੋਂ ਤੁਸੀਂ ਚੜੋਗੇ, ਅਤੇ ਟੂ ਸਟੇਸ਼ਨ ਕਿੱਥੋਂ ਤੁਸੀਂ ਉਤਰੋਗੇ। ਵਾਟ ਇਜ਼ ਦਾ ਸੋਰਸ ਐਂਡ ਡੈਸਟੀਨੇਸ਼ਨ ਆਫ ਯੋਰ ਜਰਨੀ। ਆਹ ਦੋ ਫੀਲਡਸ ਹੋਣਗੀਆਂ। ਫਿਰ ਤੁਹਾਨੂੰ ਪੁੱਛੂਗਾ ਕਿ ਤੁਸੀਂ ਕਿਹੜੀ ਡੇਟ ਨੂੰ ਟਰੈਵਲ ਕਰਨਾ ਹੈਗਾ, ਕਿਹੜੀ ਡੇਟ ਦੀ ਟਿਕਟ ਬੁੱਕ ਕਰਾਉਣੀ ਹੈਗੀ ਹੈ। ਉਸ ਤੋਂ ਬਾਅਦ ਟਿਕਟ ਟਾਈਪ ਹੋਊਗਾ, ਉਹਦੇ ਵਿੱਚ ਤੁਸੀਂ ਈ ਟਿਕਟ ਸਿਲੈਕਟ ਕਰ ਲੈਣਾ ਹੈਗਾ। ਫਿਰ ਹੋਊਗਾ ਕੋਟਾ। ਕੋਟਾ ਦੇ ਵਿੱਚ ਕੀ ਹੋਊਗਾ, ਜਨਰਲ ਕੋਟਾ ਹੈਗਾ, ਲੇਡੀਜ਼ ਕੋਟਾ ਹੈਗਾ, ਇੱਦਾਂ ਦੇ ਕੋਟਾਜ਼ ਹੋਣਗੇ। ਉਹ ਤੁਸੀਂ ਡੀਟੇਲ ਭਰਨ ਤੋਂ ਬਾਅਦ ਤੁਸੀਂ ਕੀ ਕਰ ਦੇਣਾ ਹੈਗਾ, ਫਾਈਂਡ ਟ੍ਰੇਨਸ ਆਪਸ਼ਨ ਨੂੰ ਕਲਿੱਕ ਕਰ ਦੇਣਾ। ਠੀਕ ਹੈ। ਔਨ ਦਾ ਪਲਾਨ ਮਾਈ ਟਰੈਵਲ box on the left side of the page, enter the details, that is starting station, ending station, date on which you want to travel, ticket type ਦੇ ਵਿੱਚ ਈ ਟਿਕਟ ਸਿਲੈਕਟ ਕਰਨੀ ਹੈ ਅਤੇ ਕੋਟਾ। ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ, ਫਾਈਂਡ ਟ੍ਰੇਨਸ ਵਾਲੇ ਬਟਨ ਨੂੰ ਕਲਿੱਕ ਕਰ ਦੇਣਾ। ਜਦ ਤੁਸੀਂ ਫਾਈਂਡ ਟ੍ਰੇਨ ਨੂੰ ਕਲਿੱਕ ਕਰੋਗੇ ਤੁਹਾਨੂੰ ਲਿਸਟ ਆਫ ਅਵੇਲੇਬਲ ਟ੍ਰੇਨ ਦੀ ਇਨਫੋਰਮੇਸ਼ਨ ਆ ਜਾਊਗੀ। ਨਾਲ ਤੁਹਾਨੂੰ ਇਨਫੋਰਮੇਸ਼ਨ ਦੇ ਵਿੱਚ ਕੀ ਆਊਗਾ ਕਿ ਬਈ ਇਸ ਟ੍ਰੇਨ ਦੀ ਟਿਕਟ ਅਵੇਲੇਬਲ ਹੈ ਜਾਂ ਨਹੀਂ ਹੈਗੀ ਹੈ। ਠੀਕ ਹੈ। ਜਦ ਤੁਸੀਂ ਫਾਈਂਡ ਟ੍ਰੇਨ ਕਰਿਆ ਤਾਂ ਤੁਹਾਨੂੰ ਕਿਹੜਾ ਪੇਜ ਡਿਸਪਲੇ ਹੋਊਗਾ, ਇੱਦਾਂ ਦਾ ਇੱਕ ਪੇਜ ਡਿਸਪਲੇ ਹੋਊਗਾ। ਸਪੋਜ਼ ਤੁਸੀਂ ਇੱਥੇ ਟਿਕਟ ਬੁੱਕ ਕਰਾਉਣੀ ਸੀ ਨਿਊ ਦਿੱਲੀ ਟੂ ਮੁੰਬਈ, 26 ਤਰੀਕ ਦੀ ਟਿਕਟ ਬੁੱਕ ਕਰਾਉਣੀ ਸੀ, ਤਾਂ ਹੁਣ ਇਹ ਤੁਹਾਨੂੰ ਕੀ ਦਿਖਾ ਰਿਹਾ ਹੈਗਾ ਕਿ 26 ਤਰੀਕ ਨੂੰ ਨਿਊ ਦਿੱਲੀ ਤੋਂ ਮੁੰਬਈ ਜਾਣ ਲਈ ਤੁਹਾਨੂੰ ਇੰਨੀ ਸਾਰੀ ਟ੍ਰੇਨਸ ਅਵੇਲੇਬਲ ਹੈਗੀਆਂ ਨੇ। ਠੀਕ ਹੈ। ਇੰਨੀ ਸਾਰੀ ਟ੍ਰੇਨਸ ਅਵੇਲੇਬਲ ਹੈਗੀਆਂ ਨੇ, ਇਹ ਇੰਨੇ ਵਜੇ ਚਲਦੀਆਂ ਨੇ। ਤੁਹਾਡੇ ਜਿਹੜਾ ਤੁਸੀਂ ਸਟੇਸ਼ਨ ਫਰੋਮ 'ਤੇ ਲਿਖਿਆ ਹੈਗਾ ਉੱਤੋਂ ਇੰਨੇ ਵਜੇ ਸਟਾਰਟ ਹੋਊਗੀ ਅਤੇ ਤੁਹਾਡਾ ਜਿਹੜਾ ਹੈਗਾ ਕਿੰਨੇ ਵਜੇ ਉੱਥੇ ਅਰਾਈਵ ਹੋਊਗੀ। ਠੀਕ ਹੈ। ਫਰੋਮ 'ਤੇ ਟੂ ਲਿਖਿਆ ਹੋਇਆ ਹੈਗਾ। ਫਰੋਮ ਕਿ ਬਈ ਇੱਥੋਂ ਨਿਊ ਦਿੱਲੀ ਤੋਂ ਚੱਲੂਗੀ ਅਤੇ ਠੀਕ ਹੈ। ਫਿਰ ਹੁਣ ਜਦ ਤੁਸੀਂ ਜਾਂਦੇ ਹੋ ਨਿਊ ਦਿੱਲੀ ਤੋਂ ਮੁੰਬਈ ਵਿੱਚ ਬਹੁਤ ਸਾਰੇ ਸਟੇਸ਼ਨਸ ਹੁੰਦੇ, ਮਤਲਬ ਸਟੇਸ਼ਨਸ ਵੀ ਆਉਂਦੇ ਨੇ, ਉਹਦੀ ਵੀ ਤੁਸੀਂ ਅੱਗੇ ਇਨਫੋਰਮੇਸ਼ਨ ਦੇਖ ਸਕਦੇ ਹੋ। ਇਹਦੇ ਵਿੱਚ ਬੇਸਿਕਲੀ ਤੁਹਾਨੂੰ ਕੀ ਦਿੱਤਾ ਹੈਗਾ ਕਿ ਬਈ ਆਹ ਟ੍ਰੇਨ ਦਾ ਨੰਬਰ ਹੈਗਾ, ਆਹ ਟ੍ਰੇਨ ਦਾ ਨਾਮ ਹੈਗਾ, ਇਹ ਇੰਨੇ ਵਜੇ ਦਿੱਲੀ ਤੋਂ ਚੱਲਦੀ ਹੈਗੀ ਹੈ ਅਤੇ ਇੰਨੇ ਵਜੇ ਮੁੰਬਈ ਅਰਾਈਵ ਕਰ ਜਾਂਦੀ ਹੈ। ਡਿਸਟੈਂਸ ਟੋਟਲ ਇਹਨੇ ਕਿੰਨਾ ਕਵਰ ਕਰਨਾ ਹੈਗਾ, ਇੰਨਾ ਕਵਰ ਕਰਨਾ। ਇਹਦੇ ਟੋਟਲ ਜਰਨੀ ਦਾ ਟਾਈਮ ਇੰਨਾ ਹੈਗਾ। ਇੱਦਾਂ ਹੁਣ ਤੁਸੀਂ ਦੇਖੋਗੇ ਜਿੰਨੀ ਵੀ ਟ੍ਰੇਨਸ ਅਵੇਲੇਬਲ ਹੈਗੀਆਂ ਉਹਨਾਂ ਦਾ ਨਾਮ, ਉਹਨਾਂ ਨੇ ਕਿੰਨਾ ਟਾਈਮ ਲੈਣਾ ਹੈਗਾ। ਠੀਕ ਹੈ। ਅਤੇ ਕਿੰਨੇ ਵਜੇ ਉਹ ਚੱਲਣਗੀਆਂ, ਕਿੰਨੇ ਵਜੇ ਉਹ ਜਰਨੀ 'ਤੇ ਪਹੁੰਚਾਉਣਗੀਆਂ, ਇਹ ਸਾਰੀ ਇਨਫੋਰਮੇਸ਼ਨ ਇੱਥੇ ਲਿਖੀ ਹੋਈ ਹੈਗੀ ਹੈ। ਹੁਣ ਤੁਸੀਂ ਇਹਦੇ ਵਿੱਚ ਕੀ ਦੱਸ ਰਿਹਾ ਹੈਗਾ ਕਿ ਤੁਸੀਂ ਟ੍ਰੇਨ ਦਾ ਨੰਬਰ ਦੇਖ ਸਕਦੇ ਹੋ, ਟ੍ਰੇਨ ਨੇਮ ਦੇਖ ਸਕਦੇ ਹੋ, ਕਦੋਂ ਉਹ ਡਿਪਾਰਟ ਕਰੂਗੀ, ਕਦੋਂ ਅਰਾਈਵ ਕਰੂਗੀ। ਠੀਕ ਹੈ। ਇਹ ਸਾਰੀ ਇਨਫੋਰਮੇਸ਼ਨ ਤੁਹਾਨੂੰ ਉਹਦੀ ਦਿਖ ਜਾਊਗੀ। ਇਸ ਤੋਂ ਇਲਾਵਾ ਤੁਹਾਨੂੰ ਕੀ ਆਪਸ਼ਨਸ ਅਵੇਲੇਬਲ ਹੋਣਗੇ ਕਿ ਬਈ ਇਸ ਟ੍ਰੇਨ ਦੇ ਵਿੱਚ ਕਿਹੜੀ ਕਲਾਸਿਸ ਅਵੇਲੇਬਲ ਹੈਗੀਆਂ ਨੇ, ਜਿੱਦਾਂ 1 AC, 2nd AC, 3rd AC, ਸਲੀਪਰ ਕਲਾਸ। ਠੀਕ ਹੈ। ਇਹ ਸਾਰੇ ਵੀ ਇੱਥੇ ਤੁਹਾਨੂੰ ਸਾਈਡ ਵਿੱਚ ਆਪਸ਼ਨਸ ਦਿਖਾਏ ਜਾਣਗੇ। ਜੇ ਅੱਗੇ ਇੱਥੇ ਹੈਡਿੰਗ ਲਿਖੀ ਹੈ 1A 2A, ਜੇ 1A ਦੇ ਥੱਲੇ ਕ੍ਰੋਸ ਲੱਗਿਆ ਹੈਗਾ, ਇਹਦਾ ਕੀ ਮਤਲਬ ਹੈਗਾ ਕਿ ਇਸ ਟ੍ਰੇਨ ਦੇ ਵਿੱਚ ਆਹ ਵਾਲੀ ਕੈਟਾਗਰੀ ਨਹੀਂ ਹੈਗੀ ਹੈ। ਠੀਕ ਹੈ। ਅ ਕ੍ਰੋਸ ਮਾਰਕ ਡਿਪਿਕਟਸ ਨੋਨ ਅਵੇਲੇਬਿਲਿਟੀ ਆਫ ਡੈਟ ਕੈਟਾਗਰੀ ਇਨ ਦਾ ਸਪੈਸੀਫਿਕ ਟ੍ਰੇਨ। ਜੇ ਇੱਕ ਟ੍ਰੇਨ ਦੀ ਡਿਟੇਲ ਦੱਸ ਰਹੀ ਹੈ, ਇੱਥੇ ਉਹਦੀ ਕਲਾਸਿਸ ਲਿਖੀਆਂ ਹੋਣਗੀਆਂ, ਇੱਥੇ ਹੈਡਿੰਗ ਲਿਖੀ ਹੋਗੀ 1A 2A 3A ਕਰਕੇ। ਜੇ ਉਹਦੇ ਥੱਲੇ ਕਿਸੇ ਦੇ ਥੱਲੇ ਕ੍ਰੋਸ ਲੱਗਿਆ ਹੈਗਾ, ਮਤਲਬ ਇਸ ਟ੍ਰੇਨ ਦੇ ਵਿੱਚ ਇਹ ਵਾਲੀ ਕੈਟਾਗਰੀ ਅਵੇਲੇਬਲ ਨਹੀਂ ਹੈ। ਹੁਣ ਤੁਸੀਂ ਕੀ ਕਰੋਗੇ, ਨੈਕਸਟ ਜਿਹੜੀ ਵੀ ਤੁਸੀਂ ਸਪੋਜ਼ ਤੁਸੀਂ ਆਹ ਵਾਲੀ ਟ੍ਰੇਨ ਤੁਸੀਂ ਸਿਲੈਕਟ ਕਰ ਰਹੇ ਹੋ। ਇਹਦੇ ਵਿੱਚ ਹੁਣ ਬਹੁਤ ਸਾਰੀ ਕੈਟਾਗਰੀਜ਼ ਹੈਗੀਆਂ ਨੇ। ਤੁਸੀਂ ਸਲੀਪਰ ਕਲਾਸ ਵਿੱਚ ਜਾਣਾ ਤਾਂ ਤੁਸੀਂ ਸਲੀਪਰ ਕਲਾਸ ਵਾਲੀ ਕੈਟਾਗਰੀ ਨੂੰ ਕਲਿੱਕ ਕਰ ਦੇਣਾ ਹੈਗਾ। ਸਿਲੈਕਟ ਦਾ ਕੈਟਾਗਰੀ ਆਫ ਦਾ ਸੀਟ ਫॉर ਅ ਟ੍ਰੇਨ। ਤੁਹਾਨੂੰ ਫਿਰ ਇੱਕ ਸਕਰੀਨ ਦਿਖੂਗੀ ਜਿਹਦੇ ਵਿੱਚ ਕਿ ਤੁਹਾਨੂੰ ਕੀ ਦੱਸੂਗਾ ਕਿ ਬਈ ਇਸ ਕੈਟਾਗਰੀ ਦੇ ਵਿੱਚ ਤੁਹਾਨੂੰ ਉਸ ਟ੍ਰੇਨ ਦੇ ਵਿੱਚ ਸੀਟਸ ਅਵੇਲੇਬਲ ਹੈ ਜਾਂ ਨਹੀਂ ਹੈਗੀਆਂ ਨੇ। ਅਤੇ ਜਦ ਵੀ ਤੁਹਾਨੂੰ ਅਵੇਲੇਬਿਲਿਟੀ ਦਿਖਾਊਗੀ, ਖਾਲੀ ਜਿਹੜੀ ਤੁਸੀਂ ਡੇਟ ਆਫ ਜਰਨੀ ਭਰੀ ਸੀ ਉਹਦੀ ਡਿਟੇਲ ਨਹੀਂ ਆਊਗੀ, ਤੁਹਾਨੂੰ ਉੱਤੋਂ ਅੱਗੇ ਅਤੇ ਪਿੱਛੇ ਦੀ ਡੇਟਸ ਦੀ ਅਵੇਲੇਬਿਲਿਟੀ ਵੀ ਤੁਹਾਨੂੰ ਦਿਖਾ ਦੂਗਾ। ਤੁਹਾਨੂੰ ਕਿਵੇਂ ਦੀ ਸਕਰੀਨ ਦਿਖੂਗੀ, ਇਸ ਤਰ੍ਹਾਂ ਦੀ ਸਕਰੀਨ ਆਊਗੀ। ਠੀਕ ਹੈ। ਹੁਣ ਤੁਸੀਂ ਆਹ ਦੇਖ ਰਹੇ ਹੋਗੇ, ਆਹ ਟ੍ਰੇਨ ਦਾ ਨਾਮ ਹੈਗਾ, ਇਹ ਜਿਹੜਾ ਲਾਸਟ ਪੇਜ ਵਿੱਚ ਮੈਂ ਦਿਖਾਇਆ ਸੀਗਾ ਕਿ ਬਈ ਡਿਪਾਰਚਰ। ਠੀਕ ਹੈ। ਇਹਦੇ ਨਾਲ ਇੱਦਾਂ ਕਰਕੇ ਤੁਹਾਨੂੰ ਕਲਾਸ ਲਿਖੀ ਹੋਊਗੀ, ਕਲਾਸ ਇੱਥੇ 1A 2A 3A 4A ਕਰਕੇ ਕਲਾਸਿਸ ਵੀ ਲਿਖੀਆਂ ਹੋਣਗੀਆਂ। ਸਪੋਜ਼ ਤੁਸੀਂ ਸਲੀਪਰ ਕਲਾਸ ਵਿੱਚ, ਤੁਸੀਂ ਪੰਜਾਬ ਮੇਲ ਦੀ ਸਲੀਪਰ ਕਲਾਸ ਵਿੱਚ ਜਾਣਾ ਹੈਗਾ, ਤੁਸੀਂ ਇਹਨੂੰ ਕਲਿੱਕ ਕਰੋਗੇ। ਜਦ ਤੁਸੀਂ ਇਹਨੂੰ ਕਲਿੱਕ ਕਰੋਗੇ ਤੁਹਾਨੂੰ ਉੱਪਰ ਇੱਥੇ ਆ ਜਾਊਗਾ ਕਿ ਬਈ ਇਸ ਡੇਟ ਨੂੰ ਜਿਹੜੀ ਅਵੇਲੇਬਿਲਿਟੀ ਹੈ ਜਾਂ ਨਹੀਂ ਹੈਗੀ ਹੈ। ਹੁਣ ਇਹ 26 ਤਰੀਕ ਆਏ ਨਹੀਂ ਕਿ ਖਾਲੀ ਉਸ ਡੇਟ ਦਾ ਹੀ ਦਿਖਾਊਗਾ, ਤੁਹਾਨੂੰ ਅੱਗੇ ਬਹੁਤ ਸਾਰੀ ਡੇਟਸ ਦਾ ਵੀ ਦਿਖਾ ਦੂਗਾ।
प्लस ये हुण की दिखा रहा है कि ये अवेलेबिलिटी नहीं है, खाली इस डेट की 25 तरीक की अवेलेबिलिटी हैगी है तो बाकियां दे विच वेटिंग दे विच जा रहा है। ठीक है, सपोज तुसीं इहदे विच अवेलेबल हैगा, थल्ले बुक का ऑप्शन आऊगा, हुण तुसीं इहनूं बुक करके टिकट बुक करा सकते हो। प्लस जब तुसीं आ क्लिक करोगे तुहानूं नाल ही तुहानूं की दस दूगा कि टोटल फेयर इस ट्रेन का इस क्लास के लिए कितना हैगा। ठीक है, अगेन मैं दस रही हाँ कि एक ट्रेन दे विच बहुत सारी कैटेगरीज होंदियां ने, बहुत सारी क्लासेस होंदियां ने, स्लीपर क्लास, फस्ट AC, सैकेंड AC, 3 AC, तो हरेक ट्रेन दे नाल वो क्लास भी लिखी होंदी है। तुसी जिहड़ी क्लास की टिकट बुक करानी है उन्होंने क्लिक करो, जब तुसी क्लिक करोगे उहदी इन्फॉर्मेशन आ जाऊगी कि बई उस डेट प्लस उहदे अगे दी काफ़ी सारी डेट्स दी बई इस ट्रेन दे विच उस क्लास की अवेलेबिलिटी है या नहीं है। नाल तुहानूं उहदा टोटल फेयर कितना हैगा, तुहानूं उस टिकट नूं बुक कराने लई किन्ने पैसे पे करने ने, वो भी तुहानूं डिस्पले हो जाऊगा। ठीक है, हुण तुहानूं की दस रहा हैगा, अगेन उसकी थ्योरी मैं दस दिनी है कि भाई तुसी कैटेगरी नूं सिलैक्ट करना, जब तुसी कैटेगरी सिलैक्ट करोगे तुहानूं उस कैटेगरी की उस ट्रेन दे विच अवेलेबिलिटी है या नहीं है वो तुहानूं दिखा दिता जाऊगा। उस तो बाद ये तुहानूं टिकट का फेयर भी थल्ले दिखा दूगा। जब तुसी टिकट के फेयर देख लेते हैं तो तुसी टिकट बुक कराने लिए रेडी हो तो उहदे थल्ले की बुक का ऑप्शन हैगा उन्होंने क्लिक कर दो। जब तुसी बुक नूं क्लिक करोगे तुहानूं एक नवा फॉर्म आऊगा, इहदे विच तुहानूं की पुछूगा कि बई तुसी किन्ने बंदियां लई टिकट बुक कराना चाहते हो, उन्हों की डिटेल्स एंटर करने नूं तुहानूं पुछूगा कि भी उन्होंने नाम की है, उन्होंने एज कितनी हैगी है, मेल है या फीमेल है, तुसी किहड़ी बर्थ या सीट का प्रैफरेंस लेना चाहते हो। जिवें तुहाडी ट्रेन हैगी उहदे विच लोअर बर्थ, ठीक है, थल्ले वाली सीट, विचकार वाली, उपर वाली सीट हुंदी है, तो वो तुहानूं प्रैफरेंस भी पुछदा हैगा कि बई तुसी किहड़ी बर्थ प्रेफर करते हो। हुण तुसी उहनूं आ सारा डेटा भर दोगे। ये तुहानूं प्लस हो भी पूछूगा कि तुसी सीनियर सिटीजन हो या नहीं हो, मतलब जिहड़े बंदे लिए तुसी टिकट बुक करा रहे हो कि वो सीनियर सिटीजन हैगा। हुण तुसी ये सारी डिटेल्स भर के फिर की कर देना हैगा, एंटर कर देना हैगा। ठीक है, उस तो बाद तुहानूं पेमेंट का पेज आ जाऊगा। हुण इत्थे तुसी देख लो कि जब तुसी हाँ बुक हैगा, सपोज तुसी आ टिकट बुक करानी है, इनू बुक नाउ नूं क्लिक किया, जब तुसी बुक नाउ नूं क्लिक करोगे तुहानूं एक इदां दा पेज डिस्पले होगा। ठीक है, इहदे विच तुहानूं दस रहा है कि बई तुसी आह ट्रेन नंबर हैगा, आह ट्रेन सिलैक्ट की है, ट्रेन इत्थों शुरू होनी है, इत्थे तक जानी हैगी है। ठीक है, हुण तुसी की करना हैगा कि बई किन्ने बंदियां लई तुसी आह टिकट बुक कराना चाहते हो, जिन्हां लई भी कराना चाहते हो। हुण इदां उन्हां दा नाम, उन्हां दी एज, उन्हां दा जेंडर, बर्थ प्रेफरेंस ते की वो सीनियर सिटीजन हैगे ने, आ सारी डिटेल्स फिल कर देनी हैगी। ठीक है, हुण फिल करन तो बाद तुहानूं ये सारा पूरा टोटल हुण जिन्ने तुसी भरे हैगे ने उन्हां सारिਆਂ दा आ गया, तो तुहानूं फेयर डिटेल्स उत्ते दस दूगा। थल्ले की होगा बुक का ऑप्शन होगा, तो तुसी बुक नूं मेक पेमेंट के ऑप्शन नूं क्लिक कर देना हैगा। ठीक है, एंटर कर दो। हुण तुहानूं एक ही पुछूगा कि भी पेमेंट कर दो। हुण तुसी अपनी पेमेंट क्रेडिट कार्ड, डेबिट कार्ड, किसी नैट बैंकिंग किसी के थ्रू भी कर सकते हो। जब तुसी पेमेंट कर दी हैगी है उस तो बाद तुसी अपनी टिकट नूं देख सकते हो। टिकट तुहानूं उत्थे भी दिखाई दे दी जाऊगी, प्लस तुहानूं तुहाडी ईमेल ID ते सेंड भी कर दी जाऊगी। ठीक है, इलैक्ट्रॉनिक कॉपी ऑफ योर पेड टिकट इज शोन ऑन द स्क्रीन, तुसी उत्थों भी प्रिंट लै सकते हो, नहीं तो यदी एक कॉपी तुहानूं ईमेल भी कर दी जाऊगी। जो तुसी जब अकाउंट बना रहे सीगे उहदे विच ईमेल ID जिहड़ी तुसी एंटर करी सी उहदे विच इहदी कॉपी सेंड कर दी जाऊगी, तुसी उत्थों भी जाके इहदा प्रिंट कढवा सकते हो। ठीक है, हाँ पेमेंट ऑप्शन वाला पेज हैगा। जब तुसी पेमेंट ऑप्शन करोगे तुहानूं पुछूगा कि भाई तुसी पेमेंट किहड़े मोड के थ्रू करना चाहते हो, नैट बैंकिंग, क्रेडिट कार्ड, डेबिट कार्ड, ठीक है, कैश कार्ड, किहदे थ्रू करना चाहते हो। जिहड़ा तुसी डिटेल भरोगे, सपोज तुसी करिया कि बैंक के थ्रू करना है या तुसी मास्टर कार्ड के थ्रू करना है, फिर ये तुहानूं कार्ड की डिटेल पुछूगा कि बई कार्ड किदां दा हैगा, वीज़ा हैगा या मास्टर हैगा, अपना कार्ड नंबर भरो, कार्ड की एक्सपायरी डेट की हैगी, उहदा CCV नंबर की हैगा, कार्ड दे विच किहदा नाम लिखिया हैगा। ठीक है, एक कैप्चा भरो तो फिर पेमेंट नूं क्लिक कर दो, तुहाडी पेमेंट हो जाऊगी। तुहानूं तुहाडी टिकट का प्रिंट उत्ते स्क्रीन ते दिखा दिता जाऊगा, प्लस उहदी एक इलैक्ट्रॉनिक कॉपी तुहाडी मेल ते सेंड कर दी जाऊगी। सो दिस वाज ऑल अबाउट बुकिंग ऑनलाइन टिकट। ठीक है, होप इट इज़ क्लियर टू ऑल ऑफ यू।